ਗੁਰਪ੍ਰੀਤ ਗੀਤ ਦਾ ਇਸ ਤਰ੍ਹਾਂ ਬੇਵਕਤੇ ਜਾਣਾ, ਜਿੱਥੇ ਉਹਦੇ ਪਰਿਵਾਰ, ਘਰ ਅਤੇ ਰਿਸ਼ਤੇਦਾਰਾਂ ਲਈ ਬਹੁਤ ਦੁਖਦ ਅਨੁਭਵ ਰਿਹਾ, ਉੱਥੇ ਉਹਨਾਂ ਦੇ ਜਿਹੜੇ ਪਾਠਕ ਨੇ, ਦੋਸਤ ਨੇ, ਉਹਨਾਂ ਲਈ ਵੀ ਇਹ ਘਟਨਾ ਬੜੀ ਦੁਖਦ ਹੈ। ਅਤੇ ਅਸੀਂ ਉਹਨਾਂ ਦੇ ਘਰ ਪਰਿਵਾਰ, ਉਹਨਾਂ ਦੇ ਦੋਸਤ ਔਰ ਉਹਨਾਂ ਦੇ ਜਿਹੜੇ ਪਾਠਕ ਨੇ, ਉਹਨਾਂ ਲਈ ਅਸੀਂ ਇਹ ਕਹਿ ਸਕਦੇ ਹਾਂ ਕਿ ਉਹਨਾਂ ਦੀ, ਗੁਰਪ੍ਰੀਤ ਦੀ ਕਵਿਤਾ ਜਿਹੜੀ ਆ ਉਹ ਸਾਡੇ ਲਈ ਇੱਕ ਸਿਰਜਣਾਤਮਕ ਭੂਮਿਕਾ ਨਿਭਾ ਸਕਦੀ ਆ ਇਸ ਦੁਖਦ ਪਰਿਸਥਿਤੀ ਦੇ ਵਿੱਚ, ਤਾਂ ਜੋ ਅਸੀਂ ਉਸ ਦੀ ਯਾਦ ਨੂੰ, ਉਸ ਦੀ ਕਵਿਤਾ ਨੂੰ ਆਉਣ ਵਾਲੇ ਵਕਤਾਂ ਤੱਕ ਸਾਂਭ ਕੇ ਰੱਖੀਏ ਅਤੇ ਉਸ ਦੀ ਕਵਿਤਾ ਜਿਹੜੀ ਆ ਉਹ ਸਾਡੀ ਜਿਹੜੀ ਜ਼ਹਿਨੀਅਤ ਆ ਉਹਦੇ ਵਿੱਚ ਸਿਰਜਣਾਤਮਕਤਾ ਦੇ ਜਿਹੜੇ ਬੀਜ ਆ ਉਹ ਆਰੋਪਿਤ ਕਰਦੀ ਰਹੇ। ਮੈਂ ਉਹਦੀ ਕਵਿਤਾ ਦੇ ਸੋਹਜ, ਸਾਹਿਤ ਅਤੇ ਸੁਪਨ ਸੰਸਾਰ ਬਾਰੇ ਬੋਲਣਾ ਸੀ, ਅਤੇ ਉਹਦੇ ਮੇਨ ਜਿਹੜਾ ਉਹਦਾ ਕਹਿ ਲਓ ਕਿ ਵੀ ਮਕਸਦ ਸੀ ਇਸ ਕਵਿਤਾ ਦੇ ਵਿੱਚੋਂ ਪ੍ਰਗਟ ਹੁੰਦਾ ਆ, ਉਹ ਮੇਰੇ ਲਈ ਉਹਦੀ ਸਵੈ ਦਾ, ਉਹਦੀ ਸੈਲਫ ਦਾ, ਉਹਦੀ ਹੋਂਦ ਦਾ ਕਿਸ ਰੂਪ ਦੇ ਵਿੱਚ ਉਹ ਪ੍ਰਗਟਾ ਕਰਦੀ ਆ ਉਹ ਦੇਖਣਾ ਸੀ। ਗੁਰਪ੍ਰੀਤ ਗੀਤ ਦਾ ਤੁਰ ਜਾਣਾ ਸੁਭਾਵਿਕ ਨਹੀਂ ਹੈ, ਨਾ ਹੀ ਕੁਦਰਤਨ। ਉਸ ਦਾ ਜਾਣਾ ਇੱਕ ਸੰਭਾਵਨਾ ਅਤੇ ਸਿਰਜਣਾ ਦਾ ਜਾਣਾ ਵੀ ਹੈ। ਉਸ ਦਾ ਜਾਣਾ ਸਾਡੇ ਵਿੱਚੋਂ ਕਵਿਤਾ ਅਤੇ ਸ਼ਬਦ ਦਾ ਵਿਦਾ ਹੋਣਾ ਵੀ ਹੈ। ਮੈਂ ਅਜਿਹਾ ਕਿਉਂ ਕਹਿ ਰਿਹਾ ਹਾਂ? ਸ਼ਾਇਦ ਇਸ ਕਰਕੇ ਕਿ ਸਾਡੇ ਬ੍ਰਹਿਮੰਡ ਦੀ ਉਪਜਾਇਕਤਾ ਨੂੰ ਹੁਣ ਕੋਈ ਕੰਟਰੋਲ ਕਰ ਰਿਹਾ ਹੈ। ਸਾਡੇ ਪੌਣ, ਪਾਣੀ, ਸਾਡੇ ਪਰਿਵੇਸ਼, ਆਬੋ ਹਵਾ, ਮਿੱਟੀ, ਸਾਡੇ ਖੇਤ ਖਲਿਆਣ ਸਭ ਵਿਦਾ ਹੋ ਰਹੇ ਹਨ। ਉਹ ਸਾਡੇ ਸਿਰ ਨੂੰ ਹੋਰ ਨਹੀਂ ਹੰਢਾ ਸਕਦੇ, ਕਿਉਂਕਿ ਸਾਡੀ ਸੋਸ਼ੀਓ ਰਿਲੀਜੀਅਸ ਪੋਲੀਟੀਕਲ ਇੰਸਟੀਟਿਊਸ਼ਨਸ ਦਾ ਜੋ ਰਵੱਈਆ ਆ ਉਹ ਮਨੁੱਖ ਦੇ ਚੌਗਿਰਦੇ ਨਾਲ ਸਹਿ ਹੋਣ 'ਚੋਂ ਉਸਾਰੀ ਕਰਨ ਵਾਲਾ ਨਹੀਂ ਰਿਹਾ, ਨਾ ਹੀ ਅਸੀਂ ਉਸ ਸਪੇਸ ਲਈ ਜਦੋਜਹਿਦ ਕਰ ਸਕੇ ਹਾਂ। ਇਸ ਕਰਕੇ ਮਨੁੱਖ ਦਾ ਕਿਸੇ ਬਿਮਾਰੀ ਨਾਲ ਬੇਵਕਤੇ ਤੁਰ ਜਾਣਾ ਵੀ ਇੱਕ ਰਾਜਨੀਤਿਕ ਮਸਲਾ ਹੈ ਮੇਰੇ ਲਈ। ਇਸ ਨੂੰ ਵੱਡੇ ਪਰਿਦ੍ਰਿਸ਼ ਵਿੱਚ ਦੇਖਣ ਦੀ ਵੀ ਲੋੜ ਹੈ ਕਿ ਸਾਡੇ ਕੋਲ ਗੀਤ ਵਰਗੀਆਂ ਸਿਰਜਣਾਤਮਕ ਦੇਹਾਂ ਅਤੇ ਰੂਹਾਂ ਅਲਵਿਦਾ ਆਖ ਰਹੀਆਂ ਹਨ, ਜਿਨ੍ਹਾਂ ਨੂੰ ਇਸ ਮਿੱਟੀ 'ਚ ਜੰਮਣ ਦਾ ਸਿੱਟਾ ਵੀ ਭੁਗਤਣਾ ਪਿਆ। ਇਕਹਿਰੇ ਵਿਕਾਸ ਮਾਡਲ, ਕਾਰਪੋਰੇਟੀ ਅਰਥ ਵਿਵਸਥਾ ਨੂੰ ਪੂੰਜੀ ਸਾਮਰਾਜ ਨੇ ਜਿਸ ਹੈਂਕੜ ਨਾਲ ਸਿਰੇ ਚਾੜ੍ਹਨਾ ਹੈ, ਉਸ ਵਿੱਚ ਕਵਿਤਾ ਅਤੇ ਗੀਤ ਦੀ ਹੋਣੀ ਕੀ ਹੋਵੇਗੀ? ਇਹ ਸਾਡੇ ਵੇਲੇ ਦਾ ਸ਼ਾਇਦ ਇੱਕ ਸਭ ਤੋਂ ਵੱਡਾ ਸਵਾਲ ਵੀ ਬਣਦਾ ਹੈ। ਉਸ ਦੀ ਕਵਿਤਾ 'ਚ ਜਦੋਂ ਮੈਂ ਸੈਲਫ ਨੂੰ ਕੰਸਟਰਕਟ ਕਰਨ ਦੀ ਕੋਸ਼ਿਸ਼ ਕਰਦਾ ਹਾਂ, ਤਾਂ ਮੈਂ ਇਹ ਦੇਖਦਾ ਕਿ ਉਹ ਆਪਣੇ ਇਰਦ ਗਿਰਦ ਜਿਹੜੀਆਂ ਉਹਦੀਆਂ ਹੈਜਮੋਨਿਕ ਇੰਸਟੀਟਿਊਸ਼ਨਸ ਨੇ, ਉਹ ਉਹਨਾਂ ਨੂੰ ਡੀਕਨਸਟਰਕਟ ਵੀ ਕਰਦੀ ਜਾ ਰਹੀ ਆ। ਚਾਹੇ ਉਹ ਉਹਦੀ ਪਛਾਣ, ਸਮਾਜ, ਉਹਦਾ ਘਰ ਪਰਿਵਾਰ, ਚਾਹੇ ਉਹਦੀ ਕਹਿ ਲਓ ਕਿ ਵੀ ਸਾਡੀਆਂ ਦਾਬੇ ਦੀਆਂ ਜਿੰਨੀਆਂ ਵੀ ਸੰਸਥਾਵਾਂ ਨੇ, ਪੋਲੀਟੀਕਲੀ ਵੀ ਹੋਣ, ਉਹਨਾਂ ਦੇ ਪ੍ਰਤੀ ਵੀ ਉਹਦੀ ਜਿਹੜੀ ਚੇਤਨਾ ਆ ਉਹ ਬਹੁਤ ਮਹੱਤਵਪੂਰਨ ਆ। ਇਸ ਪ੍ਰਸੰਗ 'ਚ ਉਹਦੀ ਕਵਿਤਾ ਤਾੜੀ ਵਾਂਗ ਦੇਖਣੀ ਬਹੁਤ ਲਾਜ਼ਮੀ ਹੋ ਜਾਂਦੀ ਆ ਕਿ ਉਹ ਉਹਦੇ ਵਿੱਚ ਆਪਣੇ ਸਵੈ ਨੂੰ ਕਾਫੀ ਹੱਦ ਤੱਕ ਸਿਰਜਣ ਦੀ ਕੋਸ਼ਿਸ਼ ਕਰਦੀ ਆ। ਇਸ ਦੇ ਹਵਾਲੇ ਨਾਲ ਉਹ ਕਿਸੇ ਵਾਦ ਵਿਵਾਦ ਦੇ ਤਿਲਿਸਮ ਤੋਂ, ਸਹੀ ਸਾਬਤ ਹੋਣ ਦੀ ਹੜਬੜੀ ਤੋਂ, ਅਕਲ ਦੀ ਸੱਤਾ ਤੋਂ ਮੁਕਤ ਹੋ ਕੇ ਸਿਰਫ ਨੱਚਣਾ ਚਾਹੁੰਦੀ ਆ। ਨੱਚਣਾ ਮੁਕਤੀ ਹੈ। ਬੇਸ਼ੱਕ ਇਸ ਨੂੰ ਓਸ਼ੋ ਵਾਲੀ ਫਾਰਮੂਲੇਸ਼ਨ ਦੇ ਵਿੱਚ ਵੀ ਦੇਖਿਆ ਜਾ ਸਕਦਾ, ਪਰ ਗੱਲ ਉਸ ਭਾਰ ਨੂੰ ਉਤਾਰਨ ਦੀ ਵੀ ਆ ਜੋ ਸਾਨੂੰ ਥਿਰਕਣ, ਮੌਲਣ, ਫੈਲਣ ਅਤੇ ਸੰਘਣੇ ਨਹੀਂ ਹੋਣ ਦਿੰਦਾ। ਉਸ ਭਾਰ ਦੀ ਨਿਸ਼ਾਨਦੇਹੀ ਬੇਸ਼ੱਕ ਇਹ ਕਵਿਤਾ ਨਹੀਂ ਕਰ ਪਾਉਂਦੀ, ਪਰ ਉਹ ਪਾਠਕਾਂ ਲਈ ਇਹ ਸਪੇਸ ਛੱਡ ਜਾਂਦੀ ਹੈ। ਇਸੇ ਕਵਿਤਾ ਦਾ ਦੂਜਾ ਹਿੱਸਾ, ਜਿਸ 'ਚ ਉਹ ਆਪਣੀ ਹੋਂਦ, ਅਸਤਿਤਵ ਦੇ ਕਣ-ਕਣ ਨੂੰ ਜਿਉਂਦਾ ਰੱਖਦੀ ਆ, ਨੱਚਣਾ ਦੇਖਣਾ ਲੋਚਦੀ ਆ, ਪਰ ਉਹ ਨੱਚਣ ਦੇ ਜਸ਼ਨ 'ਚ ਵਿਅਸਤ ਹੋ ਕੇ ਕਥਾਰਸਿਸ ਕਰਕੇ ਆਪਣੇ ਆਪ ਨੂੰ ਤਸੱਲੀ ਨਹੀਂ ਦਿੰਦੀ। ਉਹ ਅਗਲਾ ਵਾਕ ਬੰਨ੍ਹਦੀ ਹੈ ਕਿ ਆਦਿ ਬਿੰਦੂ ਤੋਂ ਸ਼ੁਰੂ ਹੋਣਾ ਹੈ ਮੈਂ, ਅਤੇ ਫਿਰ ਪਾਰਦਰਸ਼ੀ ਸ਼ੀਸ਼ੇ ਦੇ ਆਰ-ਪਾਰ ਲੰਘ ਜਾਣਾ ਮੈਂ। ਆਦਿ ਬਿੰਦੂ ਤੋਂ ਲੱਗੀ ਹਾਂ ਸ਼ੁਰੂ ਹੋਣ। ਤਤਕਾਲੀ ਵਰਤਮਾਨ ਬਿੰਦੂ ਤੋਂ ਖੜ੍ਹ ਕੇ ਆਦਿ ਬਿੰਦੂ ਦੀ ਇਹ ਪਿਛਲ ਯਾਤਰਾ ਉਸ ਭਵਿੱਖੀ ਧਰਵਾਸ ਲਈ ਹੈ, ਜਿੱਥੋਂ ਮੁਕਤੀ ਦਾ ਅਰਥ ਬੋਧ ਤੋਂ ਮੁਕਤੀ ਨਹੀਂ, ਸਗੋਂ ਗਲਬਿਆਂ ਤੋਂ ਮੁਕਤ ਹੋਣਾ ਹੈ। ਇਤਿਹਾਸ ਦੀ ਪੈੜ ਨੱਪਦਿਆਂ ਗੀਤ ਮੀਰਾ ਦੀ ਪਰੰਪਰਾ ਨਾਲ ਵੀ ਜਾ ਜੁੜਦੀ ਹੈ, ਜਿੱਥੋਂ ਉਹ ਪ੍ਰੇਮ ਅਤੇ ਮੰਡੀ ਦੀ ਡਾਇਲੈਕਟਿਕਸ ਨੂੰ ਵੀ ਫੜਦੀ ਹੈ। ਇਹ ਉਸ ਦੀ ਕਵਿਤਾ ਜਿਹੜੀ ਪ੍ਰੇਮ ਸਖਣੀ ਮੀਰਾ ਆ, ਉਹ ਇਸ ਪ੍ਰਸੰਗ 'ਚ ਤੁਸੀਂ ਦੇਖ ਸਕਦੇ ਹਾਂ। ਅਤੇ ਉਹਦੀ ਸਵੈ ਦੀ ਸਿਰਜਣਾ ਸੰਬੰਧੀ ਉਹ ਕਹਿ ਲਓ ਕਿ ਵੀ ਗੁਰਪ੍ਰੀਤ ਕਾਫੀ ਹੱਦ ਤੱਕ ਸੁਚੇਤ ਸ਼ਾਇਰਾ ਆ। ਉਹ ਤਾਂ ਇੱਥੋਂ ਤੱਕ ਕਿ ਆਪਣੇ ਨਜ਼ਦੀਕੀ ਰਿਸ਼ਤੇ ਨੂੰ ਵੀ ਇੱਕ ਵਿੱਥ 'ਤੇ ਖੜ੍ਹਾ ਹੋ ਕੇ ਦੇਖਣ ਦੀ ਹਦਾਇਤ ਕਰਦੀ ਆ, ਤਾਂ ਜੋ ਕੋਈ ਉਹਦੇ ਉੱਤੇ ਹਾਵੀ ਨਾ ਹੋ ਸਕੇ। ਉਹ ਪਰਛਾਵੇਂ ਦਾ ਭਾਰ ਮਾਪਣਾ ਜਾਣਦੀ ਹੈ ਕਿ ਪਰਛਾਵੇਂ ਸੈਲਫ ਨੂੰ ਅਦਨਾ ਕਰ ਦਿੰਦੇ ਹਨ। ਇਹ ਪਰਛਾਵੇਂ ਅਲਥੂਸਰ ਦੇ ਆਖਣ ਵਾਂਗ ਵਿਚਾਰਧਾਰਕ ਅਤੇ ਦਾਬਾਮੂਲਕ ਯੰਤਰ ਹੁੰਦੇ ਹਨ, ਜੋ ਨਾਗਰਿਕ ਮਨੁੱਖ ਜਾਂ ਉਹਦੀ ਹੋਂਦ ਨੂੰ ਆਪਣੇ ਅਨੁਸ਼ਾਸਨ, ਤਹਿਜ਼ੀਬ ਅਤੇ ਰੰਗ ਵਿੱਚ ਰੰਗਣ ਲਈ ਹਰ ਹਥਕੰਡਾ ਵਰਤਦੇ ਨੇ। ਗੀਤ ਇਸ ਬਾਬਤ ਸੁਚੇਤ ਹੈ ਅਤੇ ਉਸ ਦੀ ਕਵਿਤਾ ਇਹਨਾਂ ਪਰਛਾਵਿਆਂ ਨੂੰ ਕਵਿਤਾ ਦੀ ਸਰਗਰਮੀ ਨਾਲ ਕੱਟ ਦਿੰਦੀ ਹੈ, ਪਰ ਇਹ ਕੱਟਣ ਰੱਦਣ ਦੀ ਜਿਹੜੀ ਉਹਦੀ ਵਿਧੀ ਆ ਉਹ ਬਹੁਤ ਝਿਜਕ ਅਤੇ ਸੰਜਮ ਵਾਲੀ ਆ। ਬਹੁਤ ਸੂਖਮਤਾ ਨਾਲ ਉਹ ਸੰਜਮੀ ਘਾਹ ਭਾਸ਼ਾ ਦੇ ਜ਼ਰੀਏ
ਉਸ ਦਾ ਉਚਾਰ ਜਿਹੜਾ ਉਹ ਪ੍ਰਗਟ ਕਰਦੀ ਹੈ। ਇਸ ਪ੍ਰਸੰਗ 'ਚ ਉਹਦੀ ਉਡਾਨ ਕਵਿਤਾ ਜਿਹੜੀ ਉਹ ਦੇਖਣੀ ਸਾਡੇ ਲਈ ਬਹੁਤ ਜ਼ਰੂਰੀ ਹੋ ਜਾਂਦੀ ਆ। ਗੁਰਪ੍ਰੀਤ ਜਿਹੜੀ ਆ ਉਹ ਕਮਰਸ਼ੀਅਲ ਦੌਰ ਦੀ ਗੱਲ ਆਪਣੀ ਪੁਸਤਕ ਦੇ ਵਿੱਚ ਵੀ ਲੈ ਕੇ ਆਉਂਦੀ, ਚਾਹੇ ਉਹ ਕਵਿਤਾ ਦੇ ਜ਼ਰੀਏ ਲੈ ਕੇ ਆਵੇ ਜਾਂ ਉਹਦੇ ਜਿਹੜੀ ਮੁੱਖਬੰਦ ਲਿਖੀਆਂ ਭੂਮਿਕਾ ਵਜੋਂ ਉਹਦੇ ਵਿੱਚ ਵੀ ਆਪਾਂ ਉਹਦੀਆਂ ਲਾਈਨਾਂ ਪੜ੍ਹ ਸਕਦੇ ਹਾਂ। ਗੁਰਪ੍ਰੀਤ ਕਹਿੰਦੀ ਕਿ ਇਸ ਕਮਰਸ਼ੀਅਲ ਦੌਰ ਦੇ ਡੈਮੇਜ ਹੋ ਰਹੀ ਆਤਮਾ ਅਤੇ ਬੁੱਧੀ ਨੂੰ ਸਿਉਣ ਲਈ ਤੋਪਾ ਸਿਰਜਦੀ ਹਾਂ। ਰੁੰਡ ਮਨੁੰਡ ਹੋਏ ਰੁੱਖਾਂ ਦੇ ਦੁਬਾਰਾ ਉੱਗੇ ਪੱਤੇ ਦੇਖ ਕਵਿਤਾ 'ਚ ਆਪਣਾ ਵਿਸ਼ਵਾਸ ਮੁੜ ਸੁਰਜੀਤ ਕਰਦੀ। ਇਸ ਡੈਮੇਜ ਹੋ ਰਹੇ ਸਮੇਂ ਨੂੰ ਸਵਾਰਨ ਅਤੇ ਉਦਾਸੀ 'ਚੋਂ ਨਿਕਲਣ ਲਈ ਕਵਿਤਾ ਉਸ ਦਾ ਮੁੱਖ ਵਾਕ ਬਣਦੀ ਹੈ। ਇਹ ਉਹਦਾ ਕਾਵਿ ਪ੍ਰਵਚਨ ਆ ਜਿਹੜਾ ਇੱਕ ਵੱਡਾ ਮੋਟਿਵ ਸਾਡੇ ਲਈ ਸਿਰਜ ਕੇ ਜਾ ਰਿਹਾ। ਅਤੇ ਮੈਂ ਆਪਣੀ ਗੱਲ ਸੰਖੇਪ 'ਚ ਅੰਤਿਮ ਤੌਰ 'ਤੇ ਇਹ ਗੱਲ ਕਹਿਣੀ ਚਾਹਾਂਗਾ ਕਿ ਉਸਦੀ ਕਵਿਤਾ 'ਚ ਇੱਕ ਜਜ਼ਬਾ ਹੈ, ਭਾਵੁਕਤਾ ਹੈ, ਪਰ ਕੋਈ ਬਿਆਨਬਾਜ਼ੀ, ਦਾਅਵਾ ਜਾਂ ਕਿਸੇ ਕਿਸਮ ਦੀ ਸਥਾਪਨਾ ਲਈ ਕਾਹਲ ਨਹੀਂ ਹੈ। ਨਾ ਹੀ ਉਚੇਚ ਆ ਅਤੇ ਨਾ ਹੀ ਹਉਮੈ। ਉਹ ਆਪਣੇ ਸੁਭਾਅ ਵਰਗੀ ਸੋਜ਼ਮਈ, ਕੋਮਲ, ਸੰਵੇਦਨਸ਼ੀਲ ਅਤੇ ਸਬਰ ਵਾਲੀ ਕਵਿਤਾ ਰਚਦੀ ਹੈ, ਜਿਸ ਦੇ ਕੇਂਦਰ ਵਿੱਚ ਕੋਈ ਇੱਕ ਆਕਾਰ ਨਹੀਂ, ਸਗੋਂ ਇੱਕ ਦਿਲ ਹੈ ਜੋ ਨਿਰੰਤਰ ਧੜਕ ਰਿਹਾ ਹੈ। ਇਹ ਖਾਮੋਸ਼ ਜਿਹੀ ਧੜਕਣ ਉਸ ਦੀ ਸਮੁੱਚੀ ਕਵਿਤਾ ਵਿੱਚ ਹਾਜ਼ਰ ਰਹਿੰਦੀ ਹੈ। ਉਸ ਦੇ ਜਾਣ ਤੋਂ ਬਾਅਦ ਇਹ ਸਦਾ ਬਣੀ ਰਹੇਗੀ, ਇਹ ਮੇਰਾ ਵਿਸ਼ਵਾਸ ਹੈ, ਕਿਉਂਕਿ ਉਸ ਦੀ ਹੋਂਦ ਅਤੇ ਕਵਿਤਾ ਸਵੈ ਵਿਸ਼ਵਾਸ ਨਾਲ ਭਰੀ ਹੋਈ ਸੀ। ਇਸ ਦਾ ਕਾਰਨ ਉਸ ਦੀ ਉਹ ਸਮੁੱਚੀ ਸ਼ਾਇਰੀ ਵੀ ਬਣਦੀ ਹੈ। ਅੰਤ 'ਚ ਮੈਂ ਉਸ ਦੀ ਇਸ ਕਵਿਤਾ ਨਾਲ ਵਿਦਾ ਹੁੰਦਾ ਹਾਂ। ਭਿੱਜੇ ਸੁਰਾਂ ਦਾ ਵਿਰਲਾਪ ਨਹੀਂ ਹੁੰਦਾ, ਮਹਿਜ ਸਿੱਲ ਹੁੰਦੀ ਹੈ। ਸ਼ਬਦ ਸ਼ਬਦ ਨੂੰ ਕਵਚ 'ਚ ਉਤਾਰ ਲੈਂਦੀ, ਥੁੱਕ ਦਿੰਦੀ ਹੈ ਮੌਤ। ਭਿੱਜੇ ਸੁਰ ਕਦੇ ਨਹੀਂ ਮਰਦੇ, ਤਾਜ਼ਾ ਰਹਿੰਦੇ ਗੀਤ ਦੀ ਆਗੋਸ਼ ਵਿੱਚ।